बेटा नैक्सट हैगा जी फंक्शनस ऑफ मसल। मसल नूं उन्हां दे स्ट्रक्चर दे अकॉर्डिंग 3 ग्रुप विच डिवाइड किया जाता है। फस्ट हैगा जी समूथ इन्वेंटरी, सैकेंड हैगा जी स्कैलेटल वॉलंटरी, थर्ड हैगा कार्डियक मसल। सब तो पहला आपां करना जी समूथ मसल। ਸਮੂਥ ਮਸਲ ਦੇ ਟਿਸ਼ੂ ਪਤਲੇ ਅਤੇ ਲੰਬੇ ਮਸਲਸ ਤੋਂ ਬਣੇ ਹੁੰਦੇ ਹਨ। ਸੈਲਸ ਫਾਈਬਰਸ ਸਮੂਥ ਮਸਲ ਇਨਵੈਂਟਰੀ ਹੁੰਦੇ ਹਨ, ਭਾਵ ਉਹ ਬ੍ਰੇਨ ਤੋਂ ਕੰਟਰੋਲ ਨਹੀਂ ਹੁੰਦੇ। ਜਿਹੜੇ ਵਲੰਟਰੀ ਆ ਉਹ ਕੰਟਰੋਲ ਹੁੰਦੇ ਆ ਬ੍ਰੇਨ ਨਾਲ, ਜਿਹੜੇ ਇਨਵਲੰਟਰੀ ਆ ਉਹ ਬ੍ਰੇਨ ਦੁਆਰਾ ਕੰਟਰੋਲ ਨਹੀਂ ਹੁੰਦੇ। ਕੁਝ ਮਸਲਸ ਹੋਲੋ ਔਰਗਨਸ ਦੀਆਂ ਵਾਲਸ ਵਿੱਚ ਮਸਲਸ ਦੀਆਂ ਲੇਅਰਸ ਬਣਦੀਆਂ ਹਨ, ਜਿਵੇਂ ਕਿ ਡਾਈਜੈਸਟਿਵ ਟਰੈਕ, ਲੋਅਰ ਪਾਰਟ ਆਫ ਔਸਟੋਫੋਗਸ, ਸਟਮਕ, ਇੰਟੈਸਟਾਈਨ ਆ ਜਾਂਦੀ ਇਹਦੇ ਵਿੱਚ। ਬਲੈਡਰ ਦੀਆਂ ਵਾਲਸ, ਯੂਟਰਸ, ਵੇਰੀਅਸ ਡਕ ਆਫ ਗਲੈਂਡਸ ਐਂਡ ਵਾਲਸ ਆਫ ਬਲੱਡ ਵੈਸਲਸ ਬਣਦੀਆਂ ਹਨ। ਅੱਗੇ ਆ ਫੰਕਸ਼ਨਸ ਆਫ ਸਮੂਥ ਮਸਲ। ਐਕਸੀਕਿਊਟਿੰਗ ਫੰਕਸ਼ਨ ਆਫ ਇੰਟਰਨਲ ਆਰਗਨਸ, ਮਸਲ ਕੰਟਰੋਲ ਸਲੋ ਇਨਵਲੰਟਰੀ ਦੀਆਂ ਵਾਲਸ ਵਿੱਚ ਸਮੂਥ ਮਸਲ ਟਿਸ਼ੂ ਦੇ ਕੰਟਰੈਕਸ਼ਨ ਵਰਗੇ ਮੂਵਮੈਂਟਸ ਸਟਮਕ ਐਂਡ ਇੰਟੈਸਟਾਈਨ ਵਿੱਚ ਹੁੰਦੇ ਹਨ। ਬੀ ਪਾਰਟ ਹੈਗਾ ਜੀ ਰੈਗੂਲੇਸ਼ਨ ਆਫ ਬਲੱਡ ਪ੍ਰੈਸ਼ਰ। ਆਰਟਰੀਜ਼ ਵਿੱਚ ਮੌਜੂਦ ਸਮੂਥ ਮਸਲਸ ਕੰਟਰੈਕਸ਼ਨ ਹੁੰਦੇ ਹਨ ਅਤੇ ਰਿਲੈਕਸ ਕਰਦੀਆਂ ਹਨ, ਉਹਨਾਂ ਨੂੰ ਰਿਲੈਕਸ ਕਰਦੀਆਂ। ਬਲੱਡ ਪ੍ਰੈਸ਼ਰ ਅਤੇ ਬਲੱਡ ਫਲੋ ਨੂੰ ਰੈਗੂਲੇਟ ਕਰਨ ਵਿੱਚ ਇਹ ਹੈਲਪ ਕਰਦੀਆਂ। ਸੈਕਿੰਡ ਪਾਰਟ ਹੈਗਾ ਜੀ ਸਕੈਲਟਲ ਮਸਲਸ। ਇਹ ਸਕੈਲਟਲ ਮਸਲ ਬਾਡੀ ਵਿੱਚ ਸਭ ਤੋਂ ਐਬਡੰਟ ਟਿਸ਼ੂ ਹੁੰਦੇ ਹਨ। ਇਹ ਮਸਲਸ ਜੁੜੇ ਹੋਏ ਹਨ ਅਤੇ ਸਕੈਲਟਲ ਦੀਆਂ ਵੇਰੀਅਸ ਬੋਨ ਦੀ ਮੂਵਮੈਂਟ ਹਨ ਲਿਆਉਂਦੀਆਂ ਹਨ, ਇਸ ਲਈ ਇਸ ਦਾ ਨਾਮ ਸਕੈਲਟਲ ਮਸਲ ਰੱਖਿਆ ਗਿਆ। ਫੰਕਸ਼ਨ ਆਫ ਸਕੈਲਟਲ ਮਸਲ ਟਿਸ਼ੂ। ਪਹਿਲਾ ਹੈਗਾ ਜੀ ਪ੍ਰੋਡਿਊਸ ਮੂਵਮੈਂਟ। ਸਕੈਲਟਲ ਮਸਲ ਪੇਅਰ ਵਿੱਚ ਕੰਮ ਕਰਦੇ ਹਨ ਤਾਂ ਜੋ ਲਿੰਬਸ, ਟਰੰਕ, ਜੋਜ਼, ਆਈਬॉल्स ਐਕਸੈਟਰਾ ਦੀ ਕੋਆਰਡੀਨੇਟਡ ਵਾਲੀਆਂ ਮੂਵਮੈਂਟਸ ਲਿਆ ਸਕਣ। ਹੈਲਪ ਇਨ ਬਰੀਥਿੰਗ। ਸਕੈਲਟਲ ਮਸਲਸ ਬਰੀਥਿੰਗ ਪ੍ਰੋਸੈਸ ਵਿੱਚ ਸਿੱਧੇ ਤੌਰ 'ਤੇ ਇਨਵੋਲਵ ਹੁੰਦੀਆਂ ਹਨ। ਸੀ ਪਾਰਟ ਹੈਗਾ ਜੀ ਪ੍ਰੋਟੈਕਟਿੰਗ ਦਾ ਵਿਟਾਲ ਆਰਗਨਸ। ਸਕੈਲਟਲ ਮਸਲ ਸਕੈਲਟਲ ਸਿਸਟਮ ਦੇ ਨਾਲ ਬਾਡੀ ਦੇ ਇੰਪੋਰਟੈਂਟ ਆਰਗਨ ਦੀ ਪ੍ਰੋਟੈਕਸ਼ਨ ਵਿੱਚ ਹੈਲਪ ਕਰਦੀ ਹੈ। ਫॉर ਐਗਜ਼ਾਮਪਲ ਰਿਬ ਕੇਜ, ਚੈਸਟ ਐਂਡ ਐਬਡੋਮੀਨਲ ਮਸਲਸ ਉਸ ਰੀਜਨ ਵਿੱਚ ਮੌਜੂਦ ਇੰਟਰਨਲ ਆਰਗਨਸ ਨੂੰ ਪ੍ਰੋਟੈਕਟ ਕਰਦੇ ਹਨ। ਮਤਲਬ ਕਿ ਜਿਵੇਂ ਆਪਾਂ ਲਾ ਲਓ ਆਪਣੀ ਰਿਬਕੇਜ ਦੇ ਅੰਦਰ ਕੀ ਆ, ਆਪਣੇ ਹਾਰਟ ਹੁੰਦਾ ਵਾ, ਹਾਰਟ ਨੂੰ ਸੇਵ ਕਰਦੇ ਆ। ਠੀਕ ਹੈ ਜੀ। ਅੱਗੇ ਆ ਗਿਆ ਜੀ ਡੀ ਪਾਰਟ ਆ ਮੇਨਟੇਨ ਬਾਡੀ ਟੈਂਪਰੇਚਰ। ਸਕੈਲਟਲ ਮਸਲ ਬਾਡੀ ਦੇ ਟੈਂਪਰੇਚਰ ਨੂੰ ਬਣਾਈ ਰੱਖਣ ਵਿੱਚ ਹੈਲਪ ਕਰਦੀਆਂ ਹਨ। ਜਦੋਂ ਬਾਡੀ ਨੂੰ ਅਜਿਹੀਆਂ ਕੰਡੀਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸ ਨੂੰ ਘੱਟ ਕਰਦੇ ਹਨ, ਫॉर ਐਗਜ਼ਾਮਪਲ ਹੈਡ ਪ੍ਰੋਡਿਊਸ ਕਰਨ ਲਈ ਬਾਡੀ ਦੇ ਟੈਂਪਰੇਚਰ ਨੂੰ ਵਧਾਉਣ ਲਈ ਕੋਲਡ ਦੇ ਰਿਸਪੌਂਸ ਵਿੱਚ ਸਕੈਲਟਲ ਮਸਲ ਦੇ ਕੰਟਰੈਕਸ਼ਨ ਦੁਆਰਾ ਸੇਵਰਿੰਗ ਪੈਦਾ ਕੀਤੀ ਜਾਂਦੀ ਹੈ। ਥਰਡ ਪਾਰਟ ਹੈਗਾ ਜੀ ਕਾਰਡਿਅਕ ਮਸਲ। ਇਹ ਇੱਕ ਯੂਨੀਕ ਟਿਸ਼ੂ ਹੈ ਜੋ ਸਿਰਫ ਹਾਰਟ ਦੀਆਂ ਵਾਲ ਵਿੱਚ ਪਾਇਆ ਜਾਂਦਾ ਹੈ। ਫੰਕਸ਼ਨ ਆਫ ਕਾਰਡਿਅਕ ਮਸਲ ਟਿਸ਼ੂ ਪਹਿਲਾ ਹੈਗਾ ਜੀ ਕੰਟਰੈਕਸ਼ਨ ਆਫ ਹਾਰਟ। ਕਾਰਡਿਅਕ ਮਸਲ ਦੇ ਟਿਸ਼ੂ ਇਸ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰਦੇ ਹਨ। ਹਾਰਟ ਦੇ ਆਰਟਰੀ ਐਂਡ ਵੈਂਟਰੀਕਲ ਦਾ ਕੰਟਰੈਕਸ਼ਨ ਹੁੰਦਾ ਹੈ। ਬੀ ਪਾਰਟ ਹੈਗਾ ਜੀ ਪੰਪਿੰਗ ਬਲੱਡ। ਕਾਰਡਿਅਕ ਮਸਲ ਹਾਰਟ ਨੂੰ ਰਿਥਮਿਕਲ ਬੀਟਿੰਗ ਕਾਰਨ ਬਣਦੀਆਂ ਹਨ, ਬਲੱਡ ਨੂੰ ਸਰਕੂਲੇਟਿੰਗ ਕਰਦੀਆਂ ਹਨ ਅਤੇ ਬਲੱਡ ਨੂੰ ਪੂਰੀ ਬਾਡੀ ਵਿੱਚ ਪੰਪ ਕਰਨ ਵਿੱਚ ਹੈਲਪ ਕਰਦੀਆਂ ਹਨ। ਡੀਆਕਸੀਨੇਟਡ ਬਲੱਡ ਹਾਰਟ ਵਿੱਚ ਐਂਟਰ ਹੁੰਦਾ ਹੈ ਅਤੇ ਫਿਰ ਆਕਸੀਨੇਟਡ ਲਈ ਲੰਗਸ ਵਿੱਚ ਭੇਜਿਆ ਜਾਂਦਾ ਹੈ। ਫਿਰ ਆਕਸੀਨੇਸ਼ਨ ਬਲੱਡ ਨੂੰ ਬਾਡੀ ਦੇ ਸਾਰੇ ਪਾਰਟਸ ਵਿੱਚ ਹਾਰਟ ਐਂਡ ਬਲੱਡ ਵੈਸਲ ਦੁਆਰਾ ਡਿਸਟਰੀਬਿਊਟ ਕੀਤਾ ਜਾਂਦਾ ਹੈ। ਅੱਗੇ ਆ ਗਿਆ ਜੀ ਫੰਕਸ਼ਨ ਐਂਡ ਸਟਰਕਚਰ ਆਫ ਰਿਸਪੀਰੇਟਰੀ ਸਿਸਟਮ ਐਂਡ ਸਰਕੂਲੇਟਰੀ ਸਿਸਟਮ। ਸਭ ਤੋਂ ਪਹਿਲਾਂ ਹੈਗਾ ਜੀ ਸਟਰਕਚਰ ਆਫ ਰਿਸਪੀਰੇਟਰੀ ਸਿਸਟਮ। ਇਨਹੇਲਿੰਗ ਐਂਡ ਐਕਸੇਲਿੰਗ ਭਾਵ ਫਿਜ਼ੀਕਲ ਪ੍ਰੋਸੈਸ ਜਿਸ ਦੁਆਰਾ ਲਿਵਿੰਗ ਆਰਗਨਿਜ਼ਮ
ਆਲੇ ਦੁਆਲੇ ਤੋਂ ਆਕਸੀਜਨ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ। ਇਸ ਨੂੰ ਰੈਸਪੀਰੇਟਰੀ ਵਜੋਂ ਜਾਣਿਆ ਜਾਂਦਾ ਹੈ, ਰੈਸਪੀਰੇਸ਼ਨ ਵਜੋਂ ਜਾਣਿਆ ਜਾਂਦਾ ਹੈ। ਰੈਸਪੀਰੇਸ਼ਨ ਨਾ ਸਿਰਫ ਹਿਊਮਨ ਬਲਕਿ ਅਰਥ ਦੇ ਸਾਰੇ ਐਨੀਮਲ ਦੇ ਸਰਵਾਈਵ ਲਈ ਬੇਸਿਕ ਨੀਡ ਹੈ। ਹਿਊਮਨ ਕੁਝ ਸਮੇਂ ਲਈ ਫੂਡ ਔਰ ਵਾਟਰ ਤੋਂ ਬਿਨਾਂ ਸਰਵਾਈਵ ਕਰ ਸਕਦਾ ਹੈ, ਪਰ ਏਅਰ ਤੋਂ ਬਿਨਾਂ ਇੱਕ ਸੈਕਿੰਡ ਵੀ ਸਰਵਾਈਵ ਨਹੀਂ ਕਰ ਸਕਦਾ। ਰੈਸਪੀਰੇਸ਼ਨ ਪ੍ਰੋਸੈਸ ਵਿੱਚ ਇਨਵੋਲਵ ਬਾਡੀ ਦੇ ਆਰਗਨਸ ਗਰੁੱਪ ਨੂੰ ਰੈਸਪੀਰੇਟਰੀ ਸਿਸਟਮ ਕਿਹਾ ਜਾਂਦਾ ਹੈ। ਫੋਲੋਇੰਗ ਆਰਗਨ ਸਿਸਟਮ ਵਿੱਚ ਹਿੱਸਾ ਲੈਂਦੇ ਹਨ। ਪਹਿਲਾ ਹੈਗਾ ਨੋਜ਼, ਫੇਰਨੈਕਸ, ਟ੍ਰੈਚ, ਬ੍ਰੌਂਚੀ, ਲੰਗਸ। ਪਹਿਲਾ ਹੈਗਾ ਜੀ ਨੋਜ਼। ਨੋਜ਼ ਸਮੈਲ ਦਾ ਸਭ ਤੋਂ ਇੰਪੋਰਟੈਂਟ ਆਰਗਨ ਹੈ ਅਤੇ ਰੈਸਪੀਰੇਸ਼ਨ ਵਿੱਚ ਇਸ ਦਾ ਮਹੱਤਵਪੂਰਨ ਪਾਰਟ ਹੁੰਦਾ ਹੈ। ਇਸ ਦੇ ਦੋ ਪਾਰਟ ਹੁੰਦੇ ਹਨ, ਐਕਸਟਰਨਲ ਫੀਚਰ ਐਂਡ ਇੰਟਰਨਲ ਕੈਵਿਟੀਜ਼। ਫਸਟ ਹੈਗਾ ਜੀ ਐਕਸਟਰਨਲ ਫੀਚਰ। ਇਹ ਇੱਕ ਟ੍ਰੈਂਗੂਲਰ ਬੋਨ ਅਤੇ ਕਾਰਟਿਲੇਜ ਸਕਿਨ ਨਾਲ ਕਵਰਡ ਹੈ। ਨੋਜ਼ ਇਨਰ ਸਾਈਡ ਦੋ ਓਵਲ ਸ਼ੇਪਡ ਦੇ ਓਪਨਿੰਗ ਫੇਸ ਹੁੰਦੇ ਹਨ, ਮਤਲਬ ਕਿ ਦੋ ਆਪਣੇ ਜਦੋਂ ਨੱਕ ਦੇ ਵਿੱਚ ਰਸਤੇ ਬਣੇ ਹੁੰਦੇ ਜਿਹਦੇ ਥਰੂ ਆਪਾਂ ਬਰੀਥਿੰਗ ਲੈਂਦੇ, ਸਾਹ ਲੈਂਦੇ ਹਾਂ, ਇਸ ਨੂੰ ਨੋਸਟਰਲ ਕਹਿੰਦੇ ਹਨ। ਸੈਕਿੰਡ ਹੈਗਾ ਜੀ ਇੰਟਰਨਲ ਔਰ ਨਸਲ ਕੈਵਿਟੀਜ਼। ਇਹ ਦੋਵੇਂ ਕੈਵਿਟੀਜ਼ ਪਾਰਟੀਸ਼ਨ ਔਰ ਸਪੈਕਟਮ ਦੁਆਰਾ ਡਿਵਾਈਡ ਹਨ। ਐਂਟਰੈਂਸ 'ਤੇ ਹਰ ਇੱਕ ਕੈਵਿਟੀ ਔਰ ਵਰਟੀਬਲ ਦੇ ਬਹੁਤ ਸਾਰੇ ਹੈਮਰਸ ਕਰੋਸ ਹੇਅਰ ਹੁੰਦੇ ਹਨ, ਮਤਲਬ ਕਿ ਆਪਣੇ ਨੱਕ ਦੇ ਵਿੱਚ ਜਿਹੜੇ ਵਾਲ ਹੁੰਦੇ ਆ, ਹੇਅਰ ਜਿਹਨੂੰ ਕਹਿ ਦਿੰਦੇ ਆ, ਉਹ ਇਸ ਲਈ ਹੁੰਦੇ ਆ ਵੀ ਜਿਹੜੀ ਡਸਟ ਹੁੰਦੀ ਆ ਬਾਹਰੋਂ ਆਪਾਂ ਸਾਹ ਦੇ ਥਰੂ ਆਪਣੇ ਅੰਦਰ ਜਾਂਦੀ ਆ, ਉਹਨੂੰ ਰੋਕ ਲੈਣ, ਉਹ ਆਪਣੇ ਲੰਗਸ ਦੇ ਵਿੱਚ ਨਾ ਪਹੁੰਚੇ। ਅੱਛਾ ਜੀ, ਇਹ ਪਾਰਟੀਕਲ ਡਸਟ ਨੂੰ ਰਿਮੂਵ ਕਰਨ ਦਾ ਕੰਮ ਕਰਦੇ ਹਨ, ਇਸ ਨਾਲ ਇਸ ਦੇ ਅੰਦਰ ਨਾ ਜਾ ਸਕੇ ਡਸਟ। ਨੈਕਸਟ ਹੈਗਾ ਜੀ ਫਰੀਨੈਕਸ। ਥਰੋਟ ਔਰ ਫਰੀਨੈਕਸ ਨੋਜ਼ ਦੇ ਪਿੱਛੇ ਮੌਜੂਦ ਹੁੰਦੇ ਹਨ। ਇਹ ਇੱਕ ਮਸਕੂਲਰ ਟਿਊਬ ਹੈ। ਇਹ 30 ਸੈਂਟੀਮੀਟਰ ਐਕਸਟੈਂਡ ਹੁੰਦੀ ਹੈ ਬੇਸ ਆਫ ਸਕਲ ਜੰਕਸ਼ਨ ਤੱਕ। ਏਅਰ ਫਰੀਨੈਕਸ ਦੁਆਰਾ ਕੰਟੀਨਿਊਸ ਰਹਿੰਦੀ ਹੈ। ਅੱਗੇ ਆ ਗਿਆ ਜੀ ਲੈਰੀਨੈਕਸ। ਏਅਰ ਫਰੀਨੈਕਸ ਤੋਂ ਲੰਘ ਕੇ ਲੈਰੀਨੈਕਸ 'ਤੇ ਜਾਂਦੀ ਹੈ। ਇਸ ਨੂੰ ਵਾਇਸ ਬਾਕਸ ਵੀ ਕਿਹਾ ਜਾਂਦਾ। ਇਹ ਯਾਦ ਰੱਖਿਓ ਜੇ ਕੁਐਸਚਨ ਆ ਜਾਂਦਾ ਹੁੰਦਾ ਵਾ, ਲੈਰੀਨੈਕਸ ਨੂੰ ਵਾਇਸ ਬਾਕਸ ਵੀ ਕਹਿੰਦੇ ਆ। ਇਹ ਨੇਚਰ ਵਿੱਚ ਕਾਰਟੀਜੀਨਸ ਹੈ ਅਤੇ ਇਹ ਦੋ ਪੇਅਰ ਦੇ ਜੋੜ ਹੁੰਦੇ ਹਨ। ਇਸ ਨੂੰ ਵੋਕਲ ਕੋਡ ਵੀ ਕਹਿੰਦੇ ਹਨ। ਜਦੋਂ ਏਅਰ ਵੋਕਲ ਕੋਡ ਪਿੱਛੇ ਪਾਸ ਹੁੰਦੀ ਹੈ ਤਾਂ ਵਾਈਬਰੇਟਸ ਹੁੰਦੀਆਂ ਹਨ, ਇਸ ਪ੍ਰਕਾਰ ਸਾਊਂਡ ਪੈਂਦਾ। ਜਦੋਂ ਆਪਣੇ ਮਤਲਬ ਕਿ ਜਿਹੜੀ ਵੋਕਲ ਕੋਡ ਆ ਉਹਦੇ ਵਿੱਚੋਂ ਜਦੋਂ ਮਤਲਬ ਕਿ ਸਾਊਂਡ ਨਿਕਲਦੀਆਂ ਨੇ, ਉਹ ਵਾਈਬਰੇਟ ਹੁੰਦਾ ਵਾ। ਵਾਈਬਰੇਟ ਹੋਣ ਨਾਲ ਸਾਊਂਡ ਪੈਦਾ ਹੁੰਦੀ ਹੈ, ਜਿਹਦੇ ਨਾਲ ਆਪਾਂ ਨੂੰ ਗੱਲਾਂ ਸੁਣਦੀਆਂ ਪਈਆਂ ਬਾਹਰ। ਠੀਕ ਹੈ ਜੀ। ਅੱਗੇ ਆ ਗਿਆ ਜੀ ਟ੍ਰੈਸ਼ੀਆ। ਟ੍ਰੈਸ਼ੀਆ ਨੂੰ ਵਿੰਡ ਪਾਈਪ ਵੀ ਕਿਹਾ ਜਾਂਦਾ ਹੈ। ਇਸ ਦੀ ਲੈਂਥ ਲਗਭਗ 11.2 ਸੈਂਟੀਮੀਟਰ ਤੋਂ 2.25 ਸੈਂਟੀਮੀਟਰ ਡਾਇਆਮੀਟਰ ਹੁੰਦੀ ਹੈ। ਇਸ ਆਸਟੀਓਫਾਗਸ ਦੇ ਸਾਹਮਣੇ ਪਿਆ ਹੁੰਦਾ ਹੈ ਅਤੇ ਲੈਰੀਨੈਕਸ ਤੋਂ ਐਕਸਟੈਂਡ ਹੁੰਦਾ ਹੈ। ਫਿਰ ਅੱਗੇ ਇਹ ਦੋ ਪਾਰਟਸ ਵਿੱਚ ਡਿਵਾਈਡ ਹੁੰਦਾ ਹੈ। ਹਰੇਕ ਲੰਗਸ ਦੇ ਲਈ ਇਨਰ ਵਾਲਸ ਐਂਡ ਟ੍ਰੈਸ਼ੀਆ ਹਾਈਲਾਈਨ ਕਾਰਟਿਲੇਜ ਤੋਂ ਬਣਿਆ ਹੈ। ਟ੍ਰੈਸ਼ੀਆ ਦੀ ਸਟਾਰਟਿੰਗ 'ਤੇ ਵਾਲਵ ਹੁੰਦਾ ਹੈ ਜਿਸ ਦਾ ਨਾਮ ਐਪੀਗਲੋਟਿਸ ਹੁੰਦਾ ਹੈ। ਐਪੀਗਲੋਟਿਸ ਫੂਡ ਨੂੰ ਟ੍ਰੈਸ਼ੀਆ ਵਿੱਚ ਐਂਟਰ ਹੋਣ ਤੋਂ ਰੋਕਦਾ ਹੈ। ਇਹਦਾ ਇਹ ਕੰਮ ਹੁੰਦਾ ਵਾ ਮੇਨ।